ਅਗਨ ਜਦ ਵੀ ਕਦੇ ਬੁਝਦੀ ਵਿਖਾਈ ਦੇਵੇ ਸ਼ਬਦਾਂ ਚੋਂ, ਅਗਨ ਜਦ ਵੀ ਕਦੇ ਬੁਝਦੀ ਵਿਖਾਈ ਦੇਵੇ ਸ਼ਬਦਾਂ ਚੋਂ, ਤੇ ਮਰਦੀ ਸੋਚ ਦੀ ਹਿਚਕੀ ਸੁਣਾਈ ਦੇਵੇ ਸ਼ਬਦਾਂ ਚੋਂ, ਤੇ ਮਰਦੀ ਸੋਚ ਦੀ ਹਿਚਕੀ ਸੁਣਾਈ ਦੇਵੇ ਸ਼ਬਦਾਂ ਚੋਂ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਸੁਮਨ ਤੇ ਲੈ ਕੇ ਹਾਜ਼ਰ ਹਾਂ ਡੀਡੀ ਪੰਜਾਬੀ ਤੇ ਤੁਹਾਡਾ ਸਭ ਦਾ ਆਪਣਾ ਸਾਹਿਤਿਕ ਪ੍ਰੋਗਰਾਮ ਸ਼ਬਦ ਲੋਕ। ਜੀ ਹਾਂ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸਾਹਿਤਕਾਰਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜੋ ਕਿਸੇ ਵੀ ਜਾਣ ਪਹਿਚਾਣ ਦੇ ਮੁਤਾਜ ਨਹੀਂ। ਕਹਿੰਦੇ ਆ ਵੀ ਜਦੋਂ ਇਨਸਾਨ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮਕਾਜ ਦੇ ਵਿੱਚ ਥੱਕ ਟੁੱਟ ਜਾਂਦਾ ਹੈ ਤਾਂ ਹਰ ਇਨਸਾਨ ਕੁਝ ਨਾ ਕੁਝ ਸਕੂਨ ਦੇ ਪਲ ਭਾਲਦਾ ਹੈ, ਤੇ ਉਹਨਾਂ ਵਿੱਚੋਂ ਸਾਹਿਤ ਵੀ ਇੱਕ ਅਜਿਹਾ ਹੈ ਜੋ ਸਾਨੂੰ ਸਕੂਨ ਪ੍ਰਦਾਨ ਕਰਦਾ ਹੈ। ਤੇ ਜਦੋਂ ਅਸੀਂ ਸਾਹਿਤ ਨਾਲ ਜੁੜਦੇ ਹਾਂ ਤਾਂ ਬਹੁਤ ਸਾਰੇ ਸਾਡੇ ਮਨ ਦੇ ਵਲਵਲੇ ਨੇ, ਹਾਵ ਭਾਵ ਨੇ, ਜਿਨ੍ਹਾਂ ਤੋਂ ਅਸੀਂ ਜਾਣੂ ਹੁੰਦੇ ਹਾਂ। ਤੇ ਇਸੇ ਕੜੀ ਦੇ ਤਹਿਤ ਹੀ ਅੱਜ ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਉਮਦਾ ਸਾਹਿਤਕਾਰ ਸਾਡੇ ਨਾਲ ਮੌਜੂਦ ਨੇ। ਸੋ ਮੇਰੀ ਮੁਰਾਦ ਜਨਾਬ ਅਮਰਪਾਲ ਸਿੰਘ ਸ਼ੈਦਾ ਜੀ ਤੋਂ। ਤੇ ਫਿਰ ਆਓ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ। ਸ਼ੈਦਾ ਸਾਹਿਬ, ਪਹਿਲਾਂ ਅਸੀਂ ਗੱਲ ਕਰਾਂਗੇ ਤੁਹਾਡੇ ਸਾਹਿਤਿਕ ਸਫ਼ਰ ਬਾਰੇ, ਤੁਹਾਡੇ ਪਰਿਵਾਰ ਬਾਰੇ ਤੇ ਤੁਹਾਡੇ ਪਿਛੋਕੜ ਬਾਰੇ। ਅਸੀਂ ਚਾਹੁੰਦੇ ਹਾਂ ਕਿ ਇੱਕ ਪੰਛੀ ਝਾਤ ਆ ਜਿਹੜੀ ਤੁਹਾਡੇ ਜੀਵਨ ਬਾਰੇ ਉਹ ਜ਼ਰੂਰ ਹੋ ਜਾਣੀ ਚਾਹੀਦੀ ਹੈ। ਜੀ ਰੀਨਾ ਜੀ, ਗੱਲ ਇਸ ਤਰ੍ਹਾਂ ਹੈ ਕਿ ਇਲਮੋ ਅਦਬ ਦੇ ਕੇਂਦਰ ਪੰਜਾਬੀ ਯੂਨੀਵਰਸਿਟੀ ਦੇ ਨਾਲ ਵਾਬਸਤਾ ਜੀ, ਔਰ ਇੱਕ ਮਸ਼ਹੂਰ ਘਰਾਣੇ ਦੇ ਨਾਲ ਜੁੜੇ ਹੋਏ ਰਿਆਸਤੀ ਸ਼ਹਿਰ ਪਟਿਆਲਾ ਦਾ ਮੈਂ ਜੰਮਪਲ ਹਾਂ ਜੀ। ਦੋ ਭੈਣਾਂ ਦਾ ਵਿਚਕਾਰਲਾ ਭਰਾ। ਜੀ। ਮੇਰੀ ਤਾਲੀਮ, ਮੇਰੀ ਪਰਵਰਿਸ਼ ਰਿਆਸਤੀ ਸ਼ਹਿਰ ਪਟਿਆਲਾ ਦੇ ਵਿੱਚ ਹੀ ਹੋਈ। ਜੀ। ਮੇਰੀ ਖੁਸ਼ਨਸੀਬੀ ਵਿਸ਼ੇਸ਼ ਤੌਰ ਤੇ ਮੈਂ ਮਹਿਸੂਸ ਇਹ ਕਰਦਾ ਹਾਂ ਬਤੌਰ ਕਲਮਕਾਰ ਕਿ ਮੇਰੇ ਆਪਣੇ ਘਰ ਦੇ ਵਿੱਚ ਸਾਹਿਤ ਦੀ ਗੰਗਾ ਵਹਿੰਦੀ ਸੀ। ਜੀ। ਮੇਰੇ ਵਾਲਿਦ ਸਾਹਿਬ ਮਰਹੂਮ ਸਰਦਾਰ ਗੁਰਬਖਸ਼ ਸਿੰਘ ਫਾਰਸੀ ਦੇ ਉਸਤਾਦ ਸਨ ਤੇ ਉਰਦੂ ਦੇ ਆਪਣੇ ਜ਼ਮਾਨੇ ਦੇ, ਆਪਣੇ ਰੰਗ ਦੇ ਮਸ਼ਹੂਰ ਸ਼ਾਇਰ ਸਨ। ਜੀ। ਪਰੰਤੂ ਇੱਥੇ ਇੱਕ ਵਿਸ਼ੇਸ਼ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ, ਸਰੋਤਿਆਂ ਦੇ ਨਾਲ ਵੀ ਸਾਂਝਾ ਕਰਾਂਗਾ, ਤੁਹਾਡੇ ਨਾਲ ਵੀ, ਜੀ, ਕਿ ਮੈਨੂੰ ਬੇਸ਼ੱਕ ਕੁਝ ਸਰਕਮਸਟੈਂਸਿਸ ਕਰਦੇ ਅਜਿਹੇ ਸਨ ਕਿ ਮੈਨੂੰ ਆਪਣੇ ਪਿਤਾ ਜੀ ਵੱਲੋਂ ਕੋਈ ਬਹੁਤ ਵਿਸ਼ੇਸ਼ ਸਪੋਰਟ ਤਾਂ ਨਹੀਂ ਮਿਲ ਸਕੀ, ਲੇਕਿਨ ਜਿਹੜਾ ਵਿਰਸੇ ਦੇ ਵਿੱਚ, ਲਹੂ ਦੇ ਵਿੱਚ ਜਿਹੜਾ ਅਸਰ ਹੁੰਦਾ ਹੈ ਜੀ, ਉਸ ਦੇ ਰਾਹੀਂ ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਕੋਈ ਚਿਣਕ ਹੈ। ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਚੌਥੀ ਪੰਜਵੀਂ ਦੇ ਵਿੱਚ, ਯਾਨੀ ਖਾਸ ਤੌਰ ਤੇ ਮੈਂ ਪੰਜਵੀਂ ਦਾ ਜ਼ਿਕਰ ਕਰਾਂ ਜੀ, ਤਾਂ ਮੈਂ ਤੁਕਬੰਦੀ ਕਰਨ ਲੱਗ ਪਿਆ ਸੀ। ਜੀ। ਲੇਕਿਨ ਤੁਕਬੰਦੀ ਮੇਰਾ ਚੌਗਿਰਦਾ ਅਜਿਹਾ ਸੀ, ਮੇਰੀ ਸਕੂਲ ਦਾ ਚੌਗਿਰਦਾ ਅਜਿਹਾ ਸੀ ਕਿ ਉੱਥੇ ਹਿੰਦੀ ਦਾ ਮਾਹੌਲ ਜ਼ਿਆਦਾ ਹਾਵੀ ਸੀ। ਜੀ। ਹਾਲਾਂਕਿ ਪੰਜਾਬ ਦਾ ਮਸ਼ਹੂਰ ਰਿਆਸਤੀ ਸ਼ਹਿਰ, ਲੇਕਿਨ ਪਬਲਿਕ ਸਕੂਲ ਹੋਣ ਕਰਕੇ ਉੱਥੇ ਹਿੰਦੀ ਦਾ ਮਾਹੌਲ ਜ਼ਿਆਦਾ ਹਾਵੀ ਸੀ। ਤਾਂ ਜ਼ਾਹਿਰ ਹੈ ਕਿ ਬੱਚੇ ਨੂੰ ਜੋ ਕੁਝ ਚੌਗਿਰਦੇ ਤੋਂ ਮਿਲਦਾ ਹੈ ਉਹ ਅਡਾਪਟ ਕਰਦਾ ਹੈ। ਤਾਂ ਹਿੰਦੀ ਦਾ ਮਾਹੌਲ ਹੋਣ ਕਰਕੇ ਮੈਂ ਸ਼ੁਰੂ ਦੇ ਵਿੱਚ ਜਿਹੜੀ ਤੁਕਬੰਦੀ ਕੀਤੀ ਹੈ ਉਹ ਗੰਗਾ ਜਮਨੀ ਲਹਿਜਾ, ਜਿਹਦੇ ਵਿੱਚ ਫਾਰਸੀ ਉਰਦੂ ਦੇ ਸ਼ਬਦ ਵੀ ਹੁੰਦੇ ਸੀ, ਹਿੰਦੀ ਦੇ ਵੀ, ਤੇ ਉੱਥੋਂ ਮੈਂ ਸ਼ੁਰੂਆਤ ਕੀਤੀ। ਕਾਫੀ ਦੇਰ ਮੈਂ ਕਰਦਾ ਰਿਹਾ, ਹੋਸ਼ ਸੰਭਾਲਣ ਤੱਕ, ਜਦੋਂ ਤੱਕ ਆਪਣੀ ਮਾਂ ਬੋਲੀ ਬਾਰੇ ਕੁਝ ਜ਼ਿਆਦਾ ਚੇਤਨਾ ਨਹੀਂ ਸੀ ਆਈ, ਉਦੋਂ ਤੱਕ ਮੈਂ ਹਿੰਦੀ ਦਾ ਕਰਦਾ ਰਿਹਾ। ਲੇਕਿਨ ਜਦੋਂ ਇਹ ਚੇਤਨਾ ਆਹਿਸਤਾ ਆਹਿਸਤਾ ਖਾਸ ਤੌਰ ਤੇ 9ਵੀਂ 10ਵੀਂ ਤੱਕ ਜਦੋਂ ਆ ਜਾਂਦੀ ਹੈ ਤਾਂ ਫਿਰ ਮੈਂ ਪੰਜਾਬੀ ਵੱਲ ਮੁੜਿਆ। ਉਦੋਂ ਤੱਕ ਮੈਂ ਕਾਫੀ ਅਭਿਆਸ ਕਰ ਚੁੱਕਿਆ ਸੀ। ਤੇ ਚੁੱਕੇ ਘਰ ਦਾ ਮਾਹੌਲ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਹਿਤਿਕ ਹੋਣ ਕਰਕੇ ਮੈਂ ਆਪਣਾ ਜੋ ਵੀ ਲਿਖਦਾ ਸੀ ਆਪਣੇ ਪਿਤਾ ਜੀ ਨੂੰ ਸੁਣਾਉਂਦਾ ਸੀ। ਤਾਂ ਉਹ ਥੋੜੀ ਬਹੁਤੀ ਸ਼ਾਬਾਸ਼ ਦੇ ਤਾਂ ਦਿੰਦੇ ਸੀ, ਲੇਕਿਨ ਉਹਨਾਂ ਦੀ ਨਸੀਹਤ ਹੁੰਦੀ ਸੀ ਕਿ ਤੂੰ ਆਪਣਾ ਫਿਊਚਰ ਬਣਾਉਣਾ ਹੈ, ਤੂੰ ਪੜ੍ਹਾਈ ਕਰ। ਇਹ ਲਾਈਨ ਤਾਂ ਬੜੀ ਦੂਰ ਦੀ ਲਾਈਨ ਹੈ। ਬਹਰਹਾਲ ਅੰਦਰਲੀ ਚਿਣਕ ਸੀ, ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਕੋਮਲ ਕਲਾਵਾਂ ਦੇ ਵਿੱਚ ਕੋਈ ਵੀ ਕਲਾ ਹੈ, ਖਾਸ ਤੌਰ ਤੇ ਜਿਹੜੀ ਲਿਖਣ ਕਲਾ ਹੈ, ਇਹ ਸਿਖਾਏ ਤੇ ਨਹੀਂ ਆਉਂਦੀ। ਅੰਦਰ ਰੱਬੀ ਦਾਤ ਹੁੰਦੀ ਹੈ, ਖੁਦਾ ਦਾਤ ਹੁੰਦੀ ਹੈ। ਇਸ ਨੂੰ ਡਿਵੈਲਪ ਕਰਨਾ ਮਨੁੱਖ ਦਾ ਆਪਣਾ ਕੰਮ ਜ਼ਰੂਰ ਹੈ, ਲੇਕਿਨ ਜੇ ਅਸੀਂ ਕਹੀਏ ਨਾ ਵੀ ਇਹਨੂੰ ਟ੍ਰੇਨਿੰਗ ਦੇ ਨਾਲ ਅਸੀਂ ਸਿੱਖ ਲਾਂਗੇ, ਬੁੱਤਘਾਰੇ ਦਾ ਕੰਮ ਹੈ, ਚਿੱਤਰਕਾਰੀ ਦਾ ਕੰਮ ਹੈ, ਉਸ ਨੂੰ ਟ੍ਰੇਨਿੰਗ ਨਾਲ ਸਿੱਖ ਲੈਂਦੇ ਹਾਂ। ਸੰਗੀਤ ਵੀ ਅਸੀਂ ਟ੍ਰੇਨਿੰਗ ਨਾਲ ਸਿੱਖ ਲੈਂਦੇ ਹਾਂ, ਲੇਕਿਨ ਸੰਗੀਤ ਨੂੰ ਉਦੋਂ ਤੱਕ ਟ੍ਰੇਨਿੰਗ ਨਾਲ ਨਹੀਂ ਸਿੱਖ ਸਕਦੇ ਜਦੋਂ ਤੱਕ ਸਾਡੇ ਅੰਦਰ ਸੰਗੀਤ ਨਹੀਂ ਹੋਏਗਾ। ਕਲਮਕਾਰੀ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਸਾਡੇ ਅੰਦਰ ਕਲਮਕਾਰੀ ਦੀ ਚਿਣਕ ਨਹੀਂ ਹੋਏਗੀ। ਸਰ, ਅਸੀਂ ਚਾਹੁੰਦੇ ਹਾਂ ਵੀ ਸਾਡੇ ਦਰਸ਼ਕਾਂ ਦੇ ਨਾਲ ਕੋਈ ਨਾ ਕੋਈ ਆਪਣੀ ਰਚਨਾ ਜਿਹੜੀ ਆ ਉਹ ਜ਼ਰੂਰ ਸਾਂਝੀ ਕਰੋ।
ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ, ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ, ਸਾਰੀ ਧਰਤੀ ਤੇ ਸਮੰਦਰ ਦਾ ਸਮੰਦਰ ਸਾਰਾ, ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ, ਸਾਰੀ ਧਰਤੀ ਤੇ ਸਮੰਦਰ ਦਾ ਸਮੰਦਰ ਸਾਰਾ, ਨਜ਼ਰਾਂ ਤੇ ਜੋ ਸਜਾਉਂਦੇ ਨੇ ਸੁਰਾਂ ਨੂੰ ਵੇਖੀ, ਨਜ਼ਰਾਂ ਤੇ ਜੋ ਸਜਾਉਂਦੇ ਨੇ ਸੁਰਾਂ ਨੂੰ ਵੇਖੀ, ਇਸੇ ਹਾਂ ਮੈਨੇ ਨਿਗਲ ਲੈਣਾ ਹੈ ਲਸ਼ਕਰ ਸਾਰਾ, ਇਸੇ ਹਾਂ ਮੈਨੇ ਨਿਗਲ ਲੈਣਾ ਹੈ ਲਸ਼ਕਰ ਸਾਰਾ, ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ, ਦਸਤਖਤ ਕਰਕੇ ਮੈਂ ਅਗਨੀ ਤੇ ਜਦੋਂ ਘਰ ਮੁੜਿਆ, ਦਸਤਖਤ ਕਰਕੇ ਮੈਂ ਅਗਨੀ ਤੇ ਜਦੋਂ ਘਰ ਮੁੜਿਆ, ਵੇਖਿਆ ਰਾਖ ਦੀ ਢੇਰੀ ਸੀ ਮੇਰਾ ਘਰ ਸਾਰਾ, ਵੇਖਿਆ ਰਾਖ ਦੀ ਢੇਰੀ ਸੀ ਮੇਰਾ ਘਰ ਸਾਰਾ, ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ, ਜੇ ਤੂੰ ਟੁੱਟਿਆ ਤਾਂ ਕਰ ਸ਼ੈਦਾ ਤੇ ਇਹੋ ਬਖਸ਼ਿਸ਼, ਜੇ ਤੂੰ ਟੁੱਟਿਆ ਤਾਂ ਕਰ ਸ਼ੈਦਾ ਤੇ ਇਹੋ ਬਖਸ਼ਿਸ਼, ਅਰਥ ਅੰਮ੍ਰਿਤ ਚ ਪਲਟ ਸ਼ਬਦ ਸਰੋਵਰ ਸਾਰਾ, ਅਰਥ ਅੰਮ੍ਰਿਤ ਚ ਪਲਟ ਸ਼ਬਦ ਸਰੋਵਰ ਸਾਰਾ, ਭਰ ਲਵਾਂ ਕਾਸ਼ ਕਲਾ ਵਿੱਚ ਮੈਂ ਅੰਬਰ ਸਾਰਾ। ਸੋ ਬਹੁਤ ਖੂਬ ਸਰ। ਤੇ ਜੇ ਗੱਲ ਕੀਤੀ ਜਾਵੇ ਤੁਹਾਡੇ ਨਾਮ ਦੀ, ਅੰਮ੍ਰਿਤਪਾਲ ਸਿੰਘ ਸ਼ਹਿਦਾ ਜੀ ਦੇ ਨਾਮ ਦੀ, ਤਾਂ ਇੱਕ ਤ੍ਰੈ ਭਾਸ਼ੀ ਸ਼ਾਇਰ ਵਜੋਂ ਤੁਸੀਂ ਸਾਰੇ ਪਾਸੇ ਜਾਣੇ ਜਾਂਦੇ ਹੋ। ਤੇ ਤੁਹਾਡੀ ਸ਼ਾਇਰੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਕਿਸ ਤਰ੍ਹਾਂ ਸਬਬ ਬਣਿਆ ਸਾਹਿਤ ਦੇ ਖੇਤਰ ਵਿੱਚ ਆਉਣ ਦਾ? ਦਰਅਸਲ ਮੇਰੇ ਚੌਗਿਰਦੇ ਵਿੱਚ ਮੈਨੂੰ ਹਿੰਦੀ ਦਾ ਪ੍ਰਭਾਵ ਜ਼ਿਆਦਾ ਮਿਲਿਆ ਜੀ, ਤੇ ਦੂਸਰੇ ਪਾਸੇ ਵਿਰਾਸਤ 'ਚ ਮੈਨੂੰ ਉਰਦੂ ਤੇ ਫਾਰਸੀ ਦਾ ਅਸਰ ਸੀ। ਤਾਂ ਜਦੋਂ ਮੈਂ ਰਚਨਾ ਪ੍ਰਕਿਰਿਆ ਕਰਦਾ ਸੀ ਤਦੋਂ ਦੋਨੇ ਚੀਜ਼ਾਂ ਮਿਕਸ ਹੋ ਜਾਂਦੀਆਂ ਸੀ ਜੀ। ਉਧਰੋਂ ਮੇਰੀ ਤਾਲੀਮ ਦੇ ਰਾਹੀਂ ਮੈਨੂੰ ਹਿੰਦੀ ਦਾ ਅਸਰ ਸੀ, ਇਸ ਪਾਸੋਂ ਵਿਰਸੇ ਦੇ ਵਿੱਚ ਉਰਦੂ ਤੇ ਫਾਰਸੀ ਦਾ ਅਸਰ ਸੀ। ਤਾਂ ਜਿਹੜਾ ਸਿਰਜਣਾ ਹੁੰਦੀ ਸੀ ਉਹ ਗੰਗਾ ਜਮਨੀ ਲਹਿਜੇ ਦੀ ਸਿਰਜਣਾ ਹੁੰਦੀ ਸੀ। ਤੇ ਮੈਂ ਤੁਹਾਨੂੰ ਉਸ ਦਾ ਨਮੂਨਾ ਅਗਰ ਕਹੋ ਤਾਂ ਮੈਂ ਪੇਸ਼ ਕਰ ਸਕਦਾ ਜੀ ਕਿ ਜਿਸ ਤਰ੍ਹਾਂ ਮੈਂ ਉਰਦੂ ਦੇ ਵਿੱਚ ਵੀ ਕਾਫੀ ਕਲਾਮ ਕਿਹਾ ਤੇ ਹਿੰਦੀ ਦੇ ਵਿੱਚ ਵੀ ਮੈਂ ਕਿਹਾ ਤੇ ਕਹਿ ਵੀ ਰਿਹਾ ਹਾਂ ਜੀ। ਮੇਰੀਆਂ 2 ਪੁਸਤਕਾਂ ਪੰਜਾਬੀ ਦੇ ਵਿੱਚ ਵੈਸੇ ਆ ਚੁੱਕੀਆਂ ਹਨ, ਲੇਕਿਨ ਉਰਦੂ ਤੇ ਹਿੰਦੀ ਦੀ ਪੁਸਤਕ ਮੇਰੀ ਪ੍ਰਕਾਸ਼ਨ ਅਧੀਨ ਹੈ। ਮੈਂ ਤੁਹਾਨੂੰ ਨਮੂਨੇ ਦੇ ਤੌਰ ਤੇ 1-2 ਸ਼ੇਰ ਉਰਦੂ ਦੇ ਤੇ 1-2 ਸ਼ੇਰ ਹਿੰਦੀ ਦੇ ਪੇਸ਼ ਕਰਾਂਗਾ ਤਾਂ ਕਿ ਤੁਹਾਨੂੰ ਦਰਸ਼ਕਾਂ ਨੂੰ ਤੁਹਾਨੂੰ ਪਤਾ ਚੱਲ ਸਕੇ ਕਿ ਮੇਰਾ ਜਿਹੜਾ ਲਬੋ ਲਹਿਜਾ ਕੀ ਹੈ, ਮੇਰਾ ਅੰਦਾਜ਼ੇ ਫਿਕਰ ਕੀ ਹੈ। ਕਿ ਇਸ ਸੇ ਪਹਿਲੇ कि नजदीकियां ढूंढिए, इससे पहले कि नजदीकियां ढूंढिए, लाजमी है कि कुछ दूरियां ढूंढिए जी। लाजमी है कि कुछ दूरियां ढूंढिए, और रंग क्या, रूप क्या, जात क्या, धर्म क्या, रंग क्या, रूप क्या, जात क्या, धर्म क्या, आदमी में फकत खूबियां ढूंढिए। और इसी तरह मैं दोनों हिंदी दे 1-2 शेर पेश करदा जी।
मेरी पसंदीदा गजल है कि सब्ज जंगल से निकलकर डार से बिछड़ा हिरन, सब्ज जंगल से निकलकर डार से बिछड़ा हिरन, आ गया सहरा की जद में प्यास का मारा हिरन, आ गया सहरा की जद में प्यास का मारा हिरन, और ले गए जिसको शिकारी उसके बच्चों का सवाल, ले गए जिसको शिकारी उसके बच्चों का सवाल, क्या नहीं आएंगे मम्मी अब कभी पापा हिरन, क्या नहीं आएंगे मम्मी अब कभी पापा हिरन। मैं ਇਹ ਮੇਰਾ ਅੰਦਾਜ਼ ਉਰਦੂ ਤੇ ਹਿੰਦੀ ਦਾ ਸੀ ਤੇ ਲੇਕਿਨ ਜਦੋਂ ਮੇਰੇ ਜ਼ਿਹਨ ਦੇ ਵਿੱਚ 8ਵੀਂ 9ਵੀਂ 10ਵੀਂ ਦੇ ਵਿੱਚ ਚੇਤਨਾ ਆਈ ਕਿ ਬਈ ਆਪਣੀ ਮਾਂ ਬੋਲੀ ਹੀ ਹੁੰਦੀ ਹੈ ਤੇ ਮਾਂ ਬੋਲੀ 'ਚ ਬਿਹਤਰ ਰਚਨਾ ਪ੍ਰਕਿਰਿਆ ਹੋ ਸਕਦੀ ਹੈ, ਤਦ ਮੈਂ ਲਗਭਗ ਉਦੋਂ ਤੋਂ ਨਿਰੰਤਰ ਪੰਜਾਬੀ ਦੇ ਵਿੱਚ ਹੀ ਰਚਨਾ ਪ੍ਰਕਿਰਿਆ ਕੀਤੀ ਹੈ। ਜੀ, ਬਹੁਤ ਸਾਰੇ ਸਾਹਿਤਕਾਰ ਤਾਂ ਅਸੀਂ ਦੇਖਦੇ ਆ ਵੀ ਇੱਕ ਭਾਸ਼ਾ ਦੇ ਵਿੱਚ ਲਿਖਦੇ ਆ, ਤੁਸੀਂ ਜਿੱਦਾਂ 3 ਭਾਸ਼ਾਵਾਂ ਦੇ ਵਿੱਚ ਲਿਖਦੇ ਹੋ ਤੇ ਕਿਸ ਤਰ੍ਹਾਂ ਦਾ ਤੁਹਾਡਾ ਅਨੁਭਵ ਰਹਿੰਦਾ ਹੈ? ਮੈਨੂੰ ਕੋਈ ਦਿੱਕਤ ਨਹੀਂ ਆਂਦੀ ਜੀ। ਇਸ ਦੇ ਬਾਰੇ ਮੈਂ ਤੁਹਾਨੂੰ ਇੱਕ ਆਪਣਾ ਜਿਹੜਾ ਐਕਸਪੀਰੀਅੰਸ ਹੈ ਦੱਸਦਾ, ਤਜਰਬਾ ਦੱਸਦਾ ਜੀ, ਕਿ ਜਦੋਂ ਖਿਆਲ ਆਉਂਦਾ ਹੈ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਖਿਆਲ ਆਉਂਦਾ ਹੈ ਤਾਂ ਕਦੇ ਤਾਂ ਉਸ ਦਾ ਪਹਿਰਨ, ਉਹਦਾ ਲਿਬਾਸ ਪੰਜਾਬੀ ਦਾ ਹੁੰਦਾ ਹੈ ਜੀ, ਕਦੇ ਉਸ ਦਾ ਲਿਬਾਸ ਸਾਡਾ ਰਾਸ਼ਟਰੀ ਭਾਸ਼ਾ ਹਿੰਦੀ ਦਾ ਹੁੰਦਾ ਹੈ ਔਰ ਕਦੇ ਉਰਦੂ ਦਾ ਹੁੰਦਾ ਹੈ। ਉਹ ਜਿਸ ਲਿਬਾਸ ਦੇ ਵਿੱਚ ਖਿਆਲ ਆਉਂਦਾ ਹੈ ਉਸੇ ਲਿਬਾਸ ਦੀ ਉਸੇ ਜ਼ਬਾਨ ਦੀ ਉਹ ਰਚਨਾ ਹੋ ਜਾਂਦੀ ਹੈ। ਮੈਂ ਮੁੱਖ ਤੌਰ ਤੇ ਗਜ਼ਲ ਗੋਈ ਦੇ ਉੱਤੇ ਹੀ ਇਕਾਗਰ ਹਾਂ, ਮਰਕੂਜ਼ ਹਾਂ ਤੇ ਇੱਕ ਸ਼ੇਰ ਯਾਨੀ ਕਿ 2 ਪੰਕਤੀਆਂ कह के शायर फारग हो जाता है, उस तो बाद वो चाहे महीने बाद कहे, अगले दिन कहे, चाहे घंटे बाद कहे, 2 पंक्तियां कहने तो बाद फारग हो जाता है। ਜਿਹੜੀ ਨਜ਼ਮ ਗੋਈ ਹੈ ਉਹਦੇ ਵਿੱਚ ਜਦੋਂ ਤੁਸੀਂ ਇੱਕ ਵਿਸ਼ੇ ਨੂੰ ਲੈ ਕੇ ਰਚਨਾ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਹੋ ਤਦ ਉਸ ਨੂੰ ਐਂਡ ਤੱਕ ਇੱਕੋ ਸਿਟਿੰਗ 'ਚ ਲਗਭਗ ਤੁਹਾਨੂੰ ਕਰਨਾ ਪੈਂਦਾ ਹੈ। ਤਾਂ ਗਜ਼ਲ ਔਰ ਨਜ਼ਮ ਦਾ ਫਰਕ ਹੈ। ਮੇਰੀ ਸ਼ੁਰੂਆਤ ਚੂੰਕਿ ਗਜ਼ਲ ਤੋਂ ਹੋਈ, ਮੈਂ ਅੱਜ ਦੇ ਦਿਨ ਤੱਕ ਲਗਭਗ ਗਜ਼ਲ ਜ਼ਿਆਦਾ ਕਹੀ ਹੈ। ਇਸ ਦੇ ਨਾਲ ਨਾਲ ਮੈਂ ਮੁਕਤਕ ਵੀ ਕਹੇ ਹਨ, ਕਤਾਤ ਵੀ ਕਹੇ ਹਨ, ਨਜ਼ਮਾਂ ਵੀ ਕਹੀਆਂ ਹਨ, ਕੁਝ ਗੀਤ ਵੀ ਕਹੇ ਹਨ, ਲੇਕਿਨ ਮੇਰੀ ਜਿਹੜੀ ਕਨਸੈਂਟਰੇਸ਼ਨ ਹੈ ਉਹ ਗਜ਼ਲ ਦੇ ਉੱਤੇ ਹੀ ਹੈ, ਤ੍ਰੈਭਾਸ਼ੀ ਗਜ਼ਲ ਦੇ ਉੱਤੇ। ਮੈਨੂੰ ਕੋਈ ਦਿੱਕਤ ਨਹੀਂ ਹੁੰਦੀ, ਮੈਨੂੰ ਕੋਈ ਇਸ ਗੱਲ ਦੀ ਦਿੱਕਤ ਨਹੀਂ ਹੈ ਵੀ ਮੈਂ ਪੰਜਾਬੀ 'ਚ ਲਿਖਣਾ ਹੈ, ਉਰਦੂ 'ਚ ਲਿਖਣਾ, ਮੈਨੂੰ ਵਿਸ਼ੇਸ਼ ਤਿਆਰੀ ਦੀ ਵੀ ਲੋੜ ਨਹੀਂ ਹੁੰਦੀ, ਮੇਰਾ ਮੈਂਟਲ ਮੇਕਅਪ ਰਹਿੰਦਾ ਹੈ ਹਮੇਸ਼ਾ। ਜੀ, ਜਿਸ ਤਰ੍ਹਾਂ ਤੁਸੀਂ ਗਜ਼ਲ ਦੀ ਗੱਲ ਕੀਤੀ ਹੈ ਵੀ ਤੁਸੀਂ ਗਜ਼ਲ ਹੀ ਲਿਖਦੇ ਹੋ, ਇਸ ਤੋਂ ਇਲਾਵਾ ਤੁਸੀਂ ਹੋਰ ਕੀ ਲਿਖਦੇ ਹੋ? ਉਹਦੇ ਬਾਰੇ ਤਾਂ ਦੇਖੋ ਜੀ ਗੱਲ ਇਸ ਤਰ੍ਹਾਂ ਵੀ ਮੈਂ ਉਹਦੇ 'ਚ ਅਧਿਐਨ ਦੀ ਵੀ ਲੋੜ ਹੈ ਜੀ। ਅਧਿਐਨ ਸਾਨੂੰ ਦੂਸਰੇ ਸ਼ਾਇਰਾਂ ਦਾ, ਪੁਰਾਣੇ ਸ਼ਾਇਰਾਂ ਦਾ, ਨਵੇਂ ਸ਼ਾਇਰਾਂ ਦਾ ਕਰਨਾ ਪੈਂਦਾ ਹੈ ਜੀ। ਜੇ ਅਸੀਂ ਇਹ ਸੋਚੀਏ ਕਿ ਵੀ ਅਸੀਂ ਸ਼ਾਇਰ ਹਾਂ, ਅਸੀਂ ਕਲਪਨਾ ਦੇ ਨਾਲ ਸਾਰਾ ਕੁਝ ਲਿਖੀ ਜਾਵਾਂਗੇ, ਸਾਨੂੰ ਟ੍ਰੈਂਡ ਵੀ ਦੇਖਣੇ ਪੈਂਦੇ ਹਨ ਕਿ ਬਈ ਜਿਹੜੇ ਟ੍ਰੈਂਡ ਤੋਂ ਅਸੀਂ ਸ਼ੁਰੂ ਕੀਤਾ ਸੀ ਹੁਣ ਅਸੀਂ ਕਿਹੜੇ ਟ੍ਰੈਂਡ ਦੇ ਵਿੱਚ ਚੱਲ ਰਹੇ ਹਾਂ, ਕਿਉਂਕਿ ਕਈ ਲਹਿਰਾਂ ਹੋਈਆਂ ਹਨ, ਉਹ ਲਹਿਰਾਂ ਦੇ ਨਾਲ ਨਾਲ ਸਾਨੂੰ ਚੱਲਣਾ ਪੈਂਦਾ ਹੈ। ਜੇ ਅਸੀਂ ਆਪਣੇ ਖਿਆਲ ਦੇ ਵਿੱਚ, ਆਪਣੇ ਮੂਡ ਦੇ ਵਿੱਚ ਹੀ ਲਿਖਦੇ ਰਹਾਂਗੇ ਪਛੜ ਜਾਵਾਂਗੇ। ਅਸੀਂ ਜ਼ਮਾਨੇ ਦੇ ਨਾਲ ਨਾਲ ਗੱਲ ਕਰਨੀ ਹੈ। ਤੇ ਨਾਲੇ ਰੀਨਾ ਜੀ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੀ ਸ਼ਾਇਰੀ ਹੈ ਜਾਂ ਲਿਖਣ ਕਲਾ ਹੈ ਉਹ ਨਿਜ ਤੋਂ ਪਰ ਤੱਕ ਚੱਲਦੀ ਹੈ, ਜ਼ਾਤ ਤੋਂ ਕਾਇਨਾਤ ਤੱਕ ਚੱਲਦੀ ਹੈ। ਜਦੋਂ ਸ਼ਾਇਰ ਜਾਂ ਕਲਮਕਾਰ ਰਚਨਾ ਪ੍ਰਕਿਰਿਆ ਸ਼ੁਰੂ ਕਰਦਾ ਹੈ ਤਾਂ ਪਹਿਲੇ ਉਹ ਆਪਣੇ ਦੁੱਖ ਦਰਦਾਂ ਦੀ ਗੱਲ ਕਰਦਾ ਹੈ, ਆਪਣੇ ਚੌਗਿਰਦੇ ਦੇ, ਆਪਣੇ ਪਰਿਵਾਰ ਦੇ, ਆਪਣੀਆਂ ਸਮੱਸਿਆਵਾਂ ਦੀ ਗੱਲ ਕਰਦਾ ਹੈ। ਆਹਿਸਤਾ ਆਹਿਸਤਾ ਉਸਦੇ ਜ਼ਿਹਨ ਦੇ ਕਿਵਾੜ ਖੁੱਲਦੇ ਹਨ, ਉਹਦਾ ਕੈਨਵਸ ਵਿਸ਼ਾਲ ਹੁੰਦਾ ਹੈ, ਤਾਂ ਉਹਨੂੰ ਮਹਿਸੂਸ ਹੁੰਦਾ ਹੈ ਕਿ ਬਈ ਮੈਂ ਹੁਣ ਦੁਨੀਆ ਦੀ ਵੀ ਗੱਲ ਕਰਨੀ ਹੈ, ਮੇਰੇ ਨਾਲੋਂ ਵੱਡੀਆਂ ਸਮੱਸਿਆਵਾਂ ਮੇਰੇ ਜ਼ਮਾਨੇ ਦੀਆਂ ਹਨ, ਨੈਸ਼ਨਲ ਔਰ ਇੰਟਰਨੈਸ਼ਨਲ ਜਿਹੜੀਆਂ ਸਮੱਸਿਆਵਾਂ ਹਨ ਉਹ ਮੇਰੇ ਤੋਂ ਵੀ ਵੱਡੀਆਂ ਹਨ, ਮੈਂ ਉਹਨਾਂ ਦੀ ਗੱਲ ਕਰਨੀ ਹੈ। ਤਾਂ ਇਹ ਰਚਨਾ ਪ੍ਰਕਿਰਿਆ ਚੱਲਦੀ ਹੈ ਜੀ। ਅੰਮ੍ਰਿਤਪਾਲ ਜੀ, ਜੇ ਗੱਲ ਕੀਤੀ ਜਾਵੇ ਤੁਹਾਡੇ ਹੁਣ ਤੱਕ ਦੇ ਸਾਹਿਤਿਕ ਸਫ਼ਰ ਦੀ, ਤਾਂ ਗੱਲ ਕਰਾਂਗੇ ਕਿ ਤੁਸੀਂ ਕਿਹਨਾਂ ਤੋਂ ਪ੍ਰੇਰਿਤ ਹੋ ਕੇ ਲਿਖਣਾ ਸ਼ੁਰੂ ਕੀਤਾ, ਕਿਹਨਾਂ ਨੂੰ ਆਪਣਾ ਗੁਰੂ ਮੰਨਦੇ ਹੋ, ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ? ਬੜਾ ਤੁਹਾਡਾ ਇਹ ਸਵਾਲ ਬੜਾ ਅਹਿਮ ਔਰ ਮਹੱਤਵਪੂਰਨ ਸਵਾਲ ਹੈ ਜੀ, ਕਿਉਂਕਿ ਇਸ ਸਵਾਲ ਦੇ ਨਾਲ ਹਰ ਕਲਮਕਾਰ, ਹਰ ਕਲਾਕਾਰ ਜੁੜਿਆ ਹੁੰਦਾ ਹੈ ਜੀ। ਦਰਅਸਲ ਜੇ ਮੈਂ ਪਹਿਲਾ ਉਸਤਾਦ ਕਹਾਂ ਤਦ ਉਹ ਮੇਰੇ ਵਾਲਿਦ ਮੁਹਤਰਮ ਸਰਦਾਰ ਗੁਰਬਖਸ਼ ਸਿੰਘ ਸ਼ਹਿਦਾ ਹੀ ਸਨ ਜੀ। ਭਾਵੇਂ ਕਿ ਬੜੀ ਦਿਲਚਸਪ ਗੱਲ ਹੈ, ਮੈਂ ਦਰਸ਼ਕਾਂ ਨਾਲ ਵੀ ਬੜੀ ਬੇਬਾਕੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ, ਭਾਵੇਂ ਕਿ ਕੁਝ ਪਰਿਸਥਿਤੀਆਂ ਅਜਿਹੀਆਂ ਸਨ ਕਿ ਮੇਰੇ ਵਾਲਿਦ ਸਾਹਿਬ
ਸ਼ਾਇਦ ਇਹ ਨਹੀਂ ਚਾਹੁੰਦੇ ਸਨ ਕਿ ਮੈਂ ਇਹ ਮਤਲਬ ਕਲਮਕਾਰੀ ਦੇ ਲਾਈਨ ਦੇ ਵਿੱਚ ਪਵਾਂ। ਉਹ ਇਹ ਚਾਹੁੰਦੇ ਸਨ ਕਿ ਵੀ ਤੂੰ ਪੜ੍ਹ ਲਿਖ, ਆਪਣਾ ਫਿਊਚਰ ਬਣਾ, ਆਪਣੀ ਜ਼ਿੰਦਗੀ ਬਣਾ। ਇਹ ਗੱਲ ਬਾਤ ਦੀ ਹੈ, ਲੇਕਿਨ ਸਵਾਲ ਹੈ ਵੀ ਜਿਹੜੀ ਅੰਦਰਲੀ ਚਿਣਗ ਹੈ, ਅੰਦਰਲਾ ਸ਼ਰਰ ਹੈ, ਅੰਦਰਲੀ ਚਿੰਗਾਰੀ ਹੈ, ਉਸ ਨੂੰ ਕਿਵੇਂ ਦਬਾਇਆ ਜਾ ਸਕਦਾ ਸੀ? ਜਦੋਂ ਉਹਨਾਂ ਨੇ ਮੇਰੇ ਵਾਲਿਦ ਸਾਹਿਬ ਨੇ ਦੇਖਿਆ ਕਿ ਨਹੀਂ ਇਹ ਟਲਣ ਵਾਲਾ ਨਹੀਂ ਹੈ, ਤਦ ਫਿਰ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਫਿਰ ਉਹਨਾਂ ਨੇ ਮੈਨੂੰ ਆਪਣੇ ਤਜਰਬੇ ਦੇ ਵਿੱਚੋਂ ਕੁਛ ਨਾ ਦੇਣ ਦੀ ਕੋਸ਼ਿਸ਼ ਕੀਤੀ। ਲੇਕਿਨ ਉਹਨਾਂ ਨੇ ਮੈਨੂੰ ਆਜ਼ਾਦ ਰੱਖਿਆ ਕਿ ਬਈ ਤੂੰ ਜੋ ਲਿਖਦਾ ਹੈ, ਜੋ ਤੇਰਾ ਅੰਦਾਜ਼ੇ ਫਿਕਰ ਹੈ, ਉਹ ਤੇਰਾ ਹੈ, ਮੈਂ ਤੇਰੇ ਤੇ ਕੁਝ ਥੋਪਦਾ ਨਹੀਂ ਹਾਂ ਜੀ। ਤੇ ਆਹਿਸਤਾ ਆਹਿਸਤਾ ਫਿਰ ਮੈਨੂੰ ਮਹਿਸੂਸ ਹੋਈ ਕਿ ਬਈ ਇਹਨਾਂ ਦੀ ਆਪਣੀ ਜ਼ਿੰਦਗੀ ਹੈ, ਇਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ, ਘਰੇਲੂ ਹਾਲਾਤ ਕੁਝ ਅਜਿਹੇ ਹਨ ਕਿ ਮੈਨੂੰ ਬਾਕਾਇਦਾ ਉਸਤਾਦ ਕਰਨਾ ਚਾਹੀਦਾ ਹੈ। ਹਾਲਾਤ ਐਸੇ ਬਣੇ ਕਿ ਮੈਨੂੰ ਇੱਕ ਅੰਤਰਰਾਸ਼ਟਰੀ ਪੱਧਰ ਦਾ ਉਹ ਸ਼ਾਇਰ ਬਤੌਰ ਉਸਤਾਦ ਮਿਲਿਆ ਜਿਹੜਾ ਕਿ ਸਾਡੇ ਪਟਿਆਲਾ ਸ਼ਹਿਰ ਦੇ ਨਾਲ ਹੀ ਵਾਬਸਤਾ ਸਨ। ਜਨਾਬ ਨੌਬਹਾਰ ਸਿੰਘ ਸਾਬਰ ਨੈਸ਼ਨਲ ਫੇਮ ਦੇ ਸ਼ਾਇਰ ਸਨ, ਬਹੁਤ ਵੱਡੇ ਸ਼ਾਇਰ ਸਨ ਔਰ ਜੰਗ ਆਜ਼ਾਦੀ ਦੇ ਨਾਲ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਹੈ ਤੇ ਸਾਡੀ ਸਭਨਾਂ ਦੀ, ਮੇਰੀ ਔਰ ਮੇਰੇ ਉਸਤਾਦ ਭਰਾਵਾਂ ਦੀ ਬੜੀ ਖੁਸ਼ਨਸੀਬੀ ਰਹੀ ਕਿ ਉਹ ਪਟਿਆਲੇ ਹੀ ਮਕਾਮ ਸਨ, ਮਕੀਮ ਪਟਿਆਲੇ ਸਨ ਤੇ ਉਹਨਾਂ ਦੀ ਮੈਨੂੰ ਸਰਪ੍ਰਸਤੀ 1981 ਦੇ ਵਿੱਚ ਹਾਸਿਲ ਹੋਈ ਸੀ ਜੀ। ਤੇ ਮੈਂ ਇਸ ਨੂੰ ਖੁਸ਼ਨਸੀਬੀ ਕਹਾਂ ਜਾਂ ਬਦਨਸੀਬੀ ਕਿ 1984 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਮੈਨੂੰ 3-4 ਸਾਲ ਹੀ ਉਹਨਾਂ ਦੇ ਨਾਲ ਉੱਠਣ ਬੈਠਣ ਦਾ ਮੌਕਾ ਮਿਲਿਆ। ਉਹਨਾਂ ਦੇ ਨਾਲ ਸਭ ਤੋਂ ਵੱਡਾ ਫਾਇਦਾ ਮੈਨੂੰ ਇਹ ਹੋਇਆ ਕਿ ਉਹ ਬੇਸਿਕਲੀ ਉਰਦੂ ਦੇ ਸ਼ਾਇਰ ਸਨ, ਲੇਕਿਨ ਪੰਜਾਬੀ ਹੋਣ ਦੇ ਨਾਤੇ ਔਰ ਪੰਜਾਬੀ ਔਰ ਹਿੰਦੀ ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਲਿਖਦਾ ਹਾਂ ਉਸ ਤਰ੍ਹਾਂ ਉਹ ਵੀ ਲਿਖਦੇ ਸਨ। ਤਾਂ ਗਾਈਡਲਾਈਨ ਤਿੰਨੇ ਭਾਸ਼ਾਵਾਂ ਦੀ ਗਾਈਡਲਾਈਨ ਮੈਨੂੰ ਆਪਣੇ ਉਸਤਾਦ ਮੁਹਤਰਮ ਨੌਬਹਾਰ ਸਾਬਰ ਸਾਹਿਬ ਤੋਂ ਮਿਲੀ ਤੇ ਮੈਂ ਉਹਨਾਂ ਦੀ ਗਾਈਡਲਾਈਨ ਤੋਂ ਚੱਲਦਾ ਅੱਜ ਅਗਰ ਮੈਂ ਆਜ਼ਾਦਾਨਾ ਤੌਰ ਤੇ ਲਿਖ ਰਿਹਾ ਹਾਂ ਤਾਂ ਉਹ ਉਹਨਾਂ ਦੇ ਅਸਰ, ਉਹਨਾਂ ਦੀ ਬਦੌਲਤ ਹੈ। ਬਿਲਕੁਲ। ਸੋ ਕਹਿੰਦੇ ਹੁੰਦੇ ਆ ਵੀ ਗੁਰੂ ਬਿਨਾ ਗਤਨੀ ਤੇ ਸ਼ਾਹ ਬਿਨਾ ਪਤਨੀ, ਸੋ ਇੱਕ ਗੁਰੂ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸ਼ਬਦ ਲੋਕ ਤੇ ਸਾਡੇ ਅੱਜ ਦੇ ਮਹਿਮਾਨ ਨੇ ਅਮਰਤਪਾਲ ਸਿੰਘ ਸ਼ਹਿਦਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਦਾ ਸਫ਼ਰ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਸੁਣਦੇ ਆ ਉਹਨਾਂ ਦੀ ਇੱਕ ਹੋਰ ਰਚਨਾ। ਤੇ ਸਰ ਗੱਲ ਕੀਤੀ ਜਾਵੇ ਤੁਹਾਡੇ ਸਾਹਿਤਿਕ ਸਫ਼ਰ ਦੇ ਵਿੱਚ ਰਚਨਾਵਾਂ ਤਾਂ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਲਿਖ ਚੁੱਕੇ ਹੋਵੋਗੇ, ਕੋਈ ਅਜਿਹੀ ਰਚਨਾ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਹ ਸਾਡੇ ਦਰਸ਼ਕਾਂ ਦੇ ਨਾਲ ਵੀ ਜ਼ਰੂਰ ਸਾਂਝੀ ਕਰੋ। ਜੇ ਮੈਂ ਅੱਜ ਦੇ ਦਿਨ ਲਈ ਸਪੈਸ਼ਲ ਜੀ ਤੁਹਾਡੇ ਨਾਲ ਇਹ ਸਾਂਝ ਪਾਵਾਂ ਕਿ ਮੇਰੇ ਦਿਲ ਦੇ ਨਜ਼ਦੀਕ ਜਿਹੜੀ ਰਚਨਾ ਹੈ ਤੇ ਤੁਸੀਂ ਮੈਨੂੰ ਆਗਿਆ ਤੋਂ ਪੇਸ਼ ਕਰਨ ਦੀ, ਤਾਂ ਤੁਸੀਂ ਇਸ ਨੂੰ ਬੜੀ ਖੁਸ਼ੀ ਦੇ ਨਾਲ ਐਕਸੈਪਟ ਵੀ ਕਰੋਗੇ ਔਰ ਤੁਹਾਨੂੰ ਦਿਲੀ ਖੁਸ਼ੀ ਹੋਏਗੀ ਕਿ ਵਾਕਈ ਇਹ ਰਚਨਾ ਅੱਜ ਪੇਸ਼ ਕਰਨ ਵਾਲੀ ਸੀ ਜੀ। ਪੇਸ਼ ਕਰ ਰਿਹਾ ਕਿ ਕੌਣ ਜਾਣੇ ਕਿੱਡਾ ਵੱਡਾ ਕਿਸ ਦੇ ਅੰਦਰ ਸ਼ਬਦ ਲੋਕ ਜੀ। ਕੌਣ ਜਾਣੇ ਕਿੱਡਾ ਵੱਡਾ ਕਿਸ ਦੇ ਅੰਦਰ ਸ਼ਬਦ ਲੋਕ, ਧਰਤ ਤੋਂ ਪਾਤਾਲ ਤੇ ਪਾਤਾਲੋਂ ਅੰਬਰ ਸ਼ਬਦ ਲੋਕ। ਧਰਤ ਤੋਂ ਪਾਤਾਲ ਤੇ ਪਾਤਾਲੋਂ ਅੰਬਰ ਸ਼ਬਦ ਲੋਕ, ਇੱਕੋ ਦ੍ਰਿਸ਼ਟੀ ਨਾਲ ਲੋਕਾਈ ਦੀ ਕਰਦਾ ਪੈਰਵੀ। ਇੱਕੋ ਦ੍ਰਿਸ਼ਟੀ ਨਾਲ ਲੋਕਾਈ ਦੀ ਕਰਦਾ ਪੈਰਵੀ, ਯਾਨੀ ਮਰਿਆਦਾ ਚ ਰੱਖਦਾ ਆਪਣਾ ਪੱਧਰ ਸ਼ਬਦ ਲੋਕ। ਯਾਨੀ ਮਰਿਆਦਾ ਚ ਰੱਖਦਾ ਆਪਣਾ ਪੱਧਰ ਸ਼ਬਦ ਲੋਕ, ਕਰਦਾ ਸਹਿਰਾਵਾਂ ਦੀਆਂ ਕੁੱਖਾਂ ਨੂੰ ਵੀ ਏਦਾਂ ਹਰਾ। ਕਰਦਾ ਸਹਿਰਾਵਾਂ ਦੀਆਂ ਕੁੱਖਾਂ ਨੂੰ ਵੀ ਏਦਾਂ ਹਰਾ, ਕਰਕੇ ਜਲਥਲ ਅਰਥ ਬੱਦਲ ਬਣ ਕੇ ਅਕਸਰ ਸ਼ਬਦ ਲੋਕ। ਕਰਕੇ ਜਲਥਲ ਅਰਥ ਬੱਦਲ ਬਣ ਕੇ ਅਕਸਰ ਸ਼ਬਦ ਲੋਕ, ਔਰ ਜ਼ਖਮ ਤੇ ਮੱਲਮ ਲਗਾਉਂਦਾ ਦਰਦ ਦਾ ਕਰਦਾ ਇਲਾਜ। ਜ਼ਖਮ ਤੇ ਮੱਲਮ ਲਗਾਉਂਦਾ ਦਰਦ ਦਾ ਕਰਦਾ ਇਲਾਜ, ਵੰਡਦਾ ਖੁਸ਼ੀਆਂ ਖੇੜੇ ਹਾਸੇ ਜਾ ਕੇ ਘਰ ਘਰ ਸ਼ਬਦ ਲੋਕ। ਵੰਡਦਾ ਖੁਸ਼ੀਆਂ ਖੇੜੇ ਹਾਸੇ ਜਾ ਕੇ ਘਰ ਘਰ ਸ਼ਬਦ ਲੋਕ, ਔਰ ਜੰਗ ਦਾ ਕਾਰਨ ਵੀ ਮਜਬੂਰਨ ਜੇ ਬਣ ਜਾਂਦਾ ਕਦੇ। ਜੰਗ ਦਾ ਕਾਰਨ ਵੀ ਮਜਬੂਰਨ ਜੇ ਬਣ ਜਾਂਦਾ ਕਦੇ, ਅੰਨ ਦਾ ਵੀ ਅੰਤ ਬਣਦਾ ਸ਼ਹਿਦਾ ਰਹਿਬਰ ਸ਼ਬਦ ਲੋਕ। ਅੰਨ ਦਾ ਵੀ ਅੰਤ ਬਣਦਾ ਸ਼ਹਿਦਾ ਰਹਿਬਰ ਸ਼ਬਦ ਲੋਕ, ਕੌਣ ਜਾਣੇ ਕਿੱਡਾ ਵੱਡਾ ਕਿਸ ਦੇ ਅੰਦਰ ਸ਼ਬਦ ਲੋਕ, ਧਰਤ ਤੋਂ ਪਾਤਾਲ ਤੇ ਪਾਤਾਲੋਂ ਅੰਬਰ ਸ਼ਬਦ ਲੋਕ ਜੀ।
ਸੋ ਬਹੁਤ ਖੂਬ ਸਾਡੇ ਪ੍ਰੋਗਰਾਮ ਸ਼ਬਦ ਲੋਕ ਨੂੰ ਲੈ ਕੇ ਮੁਖਾਤਿਬ ਹੋ ਕੇ ਤੁਸੀਂ ਇਹ ਜਿਹੜੀ ਰਚਨਾ ਪੇਸ਼ ਕੀਤੀ ਹੈ ਸੋ ਵਧੀਆ ਲੱਗੀ, ਸਾਡੇ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਆਈ ਹੋਵੇਗੀ। ਤੇ ਸਰ ਜੇ ਗੱਲ ਕੀਤੀ ਜਾਵੇ ਤੁਹਾਡੀਆਂ ਹੁਣ ਤੱਕ ਦੀਆਂ ਰਚਨਾਵਾਂ ਦੀ ਤਾਂ ਕਿੰਨੀਆਂ ਕੁ ਰਚਨਾਵਾਂ ਨੇ ਤੁਸੀਂ ਲਿਖ ਚੁੱਕੇ ਹੋ, ਕਿੰਨੀਆਂ ਕੁ ਪੁਸਤਕਾਂ ਨੇ ਜੋ ਲੋਕ ਅਰਪਣ ਕਰ ਚੁੱਕੇ ਹੋ? ਰੀਨਾ ਜੀ ਇਸ ਤਰ੍ਹਾਂ ਹੈ ਕਿ ਮੇਰੀ ਸਿਰਜਣਾ ਤਾਂ ਮੌਲਿਕ ਸੀ ਹੀ, ਲੇਕਿਨ ਪੁਸਤਕਾਂ ਦੇ ਸੰਬੰਧ ਵਿੱਚ ਮੇਰੀ ਜਿਹੜੀ ਸਿਲਸਿਲਾ ਆਰੰਭ ਹੋਇਆ ਉਹ ਸੰਪਾਦਨ ਕਲਾ ਤੋਂ ਹੋਇਆ ਹੈ। ਜੀ ਜੀ 1985 ਦੇ ਵਿੱਚ ਮੈਂ ਪਹਿਲੀ ਪੁਸਤਕ ਜਿਹੜੀ ਸੰਪਾਦਿਤ ਕੀਤੀ ਸੀ 14 ਕਹਾਣੀਕਾਰਾਂ ਦੀ ਗਰਮ ਹਵਾਵਾਂ। ਉਸ ਤੋਂ ਬਾਅਦ ਕਈ ਪੁਸਤਕਾਂ ਸੰਪਾਦਨ ਕੀਤੀਆਂ, ਫਿਰ ਮੇਰੀਆਂ 2 ਪੁਸਤਕਾਂ ਆਪਣੀਆਂ ਆਈਆਂ, ਫਸਲ ਧੁੱਪਾਂ ਦੀ ਤੇ ਇੱਕ ਪੁਸਤਕ ਜਿਹੜੀ ਹੈ ਉਸ ਤੋਂ ਬਾਅਦ ਆਈ ਹੈ। ਇਹ ਦੋਨੋਂ ਪੁਸਤਕਾਂ ਮੇਰੀਆਂ ਆਪਣੀਆਂ ਮੌਲਿਕ ਆਈਆਂ ਹਨ ਤੇ ਇਸ ਦਰਮਿਆਨ ਮੈਂ 2 ਪੁਸਤਕਾਂ ਗੁਰਮੁਖੀ ਤੇ ਸ਼ਾਹਮੁਖੀ ਇਹ ਦੋਨੋਂ ਲਿਪੀਆਂ ਨੂੰ ਇਕੱਠਾ ਕਰਕੇ ਸੰਪਾਦਨ ਕੀਤੀਆਂ ਹਨ। ਇੱਕ ਕਵਿਤਾ ਦੀ ਹੈ, ਇੱਕ ਕਹਾਣੀ ਦੀ ਹੈ ਤੇ ਉਹ ਕਾਫੀ ਚਰਚਿਤ ਹੋਈਆਂ ਹਨ, ਕਾਫੀ ਪਸੰਦ ਕੀਤੀਆਂ ਹਨ ਤੇ ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਮੇਰੀ ਇੱਕ ਹਿੰਦੀ ਦੀ ਤੇ ਉਰਦੂ ਦੀ ਪੁਸਤਕ ਪਬਲੀਕੇਸ਼ਨ ਦੇ ਤਹਿਤ ਹੈ, ਉਹ ਬੜੀ ਜਲਦੀ ਦਰਸ਼ਕਾਂ ਦੇ ਹੱਥਾਂ 'ਚ ਜੀ। ਉਹ ਵੀ ਤੁਹਾਡੀਆਂ ਭਵਿੱਖ ਦੀਆਂ ਯੋਜਨਾਵਾਂ ਨੇ, ਸੋ ਸਾਡੇ ਦਰਸ਼ਕਾਂ ਨੂੰ ਵੀ ਉਹਨਾਂ ਦਾ ਇੰਤਜ਼ਾਰ ਰਹੇਗਾ। ਤੇ ਗੱਲ ਕੀਤੀ ਜਾਵੇ ਸਰ ਤੁਹਾਡੇ ਹੁਣ ਦੇ ਸਾਹਿਤਿਕ ਸਫ਼ਰ ਦੇ ਵਿੱਚ ਹੁਣ ਤੱਕ ਮਿਲੇ ਮਾਨ ਸਨਮਾਨ ਦੀ, ਤਾਂ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਜੇ ਇਨਾਮ ਇਕਰਾਮ ਦੀ ਗੱਲ ਕੀਤੀ ਜਾਵੇ ਜੀ ਤਦ ਮੇਰੀ ਪਹਿਲੀ ਪੁਸਤਕ ਫਸਲ ਧੁੱਪਾਂ ਦੀ ਤੇ ਜੀ ਮੈਨੂੰ ਪੰਜਾਬ ਦੀਆਂ 2 ਕੌਮੀ ਪੱਧਰ ਦੀਆਂ ਸੰਸਥਾਵਾਂ ਨੇ ਜੀ, ਨਾਭਾ ਦੀ ਸੰਸਥਾ ਬੜੀ ਮਸ਼ਹੂਰ ਸੰਸਥਾ ਹੈ, ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਜੀ, ਉਹਨਾਂ ਵੱਲੋਂ ਮੈਨੂੰ ਸਨਮਾਨ ਦਿੱਤਾ ਗਿਆ ਜੀ। ਤੇ ਉਸ ਤੋਂ ਬਾਅਦ ਇੱਕ ਪੰਜਾਬ ਦੀ ਹੋਰ ਸੰਸਥਾ ਹੈ ਕੌਮਾਂਤਰੀ ਲੇਖਕ ਮੰਚ ਜੀ, ਉਹਦੇ ਵੱਲੋਂ ਵੀ ਸਨਮਾਨ ਦਿੱਤਾ ਗਿਆ ਤੇ ਉਸ ਪੁਸਤਕ ਦੇ ਰਿਵਿਊ ਲਗਭਗ 40-50 ਅਖਬਾਰਾਂ ਦੇ ਵਿੱਚ ਮੁਸਲਸਲ ਛਪੇ। ਦੂਸਰੀ ਪੁਸਤਕ ਦੇ ਰਿਵਿਊ ਵੀ ਕਾਫੀ ਛਪੇ ਹਨ। ਮੈਂ ਸਮਝਦਾ ਕਿ ਜੋ ਮਾਨ ਸਨਮਾਨ ਸਰੋਤਿਆਂ ਵੱਲੋਂ, ਪਾਠਕਾਂ ਵੱਲੋਂ ਤੁਹਾਡੀ ਰਚਨਾ ਨੂੰ ਪੜ੍ਹਨ ਤੋਂ ਬਾਅਦ ਰੱਦੇ ਅਮਲ ਦੇ ਤੌਰ ਤੇ, ਪ੍ਰਤੀਕਿਰਿਆ ਦੇ ਤੌਰ ਤੇ ਤੁਹਾਡੇ ਤੱਕ ਪਹੁੰਚਦਾ ਹੈ, ਉਸ ਤੋਂ ਵੱਡਾ ਮਾਨ ਸਨਮਾਨ ਕੋਈ ਨਹੀਂ ਹੁੰਦਾ। ਮੈਂ ਸਮਝਦਾ ਕਿ ਅੱਜ ਦਾ ਜਿਹੜਾ ਸਮਾਗਮ ਹੈ, ਅੱਜ ਦਾ ਪ੍ਰੋਗਰਾਮ ਹੈ, ਇਹ ਵੀ ਮੇਰੇ ਲਈ ਮਾਨ ਸਨਮਾਨ ਹੈ ਜੀ, ਕਿਉਂਕਿ ਦਰਸ਼ਕਾਂ ਦੀਆਂ ਜਿਹੜੀਆਂ ਤਾੜੀਆਂ ਨੇ ਉਹਨਾਂ ਤੋਂ ਵੱਡਾ ਮਾਨ ਸਨਮਾਨ ਜਿਹੜਾ ਕਿ ਉਹ ਕੋਈ ਵੀ ਨਹੀਂ ਹੋ ਸਕਦਾ। ਜਦੋਂ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਉਹਨਾਂ ਵੱਲੋਂ ਜੋ ਹੁੰਗਾਰਾ ਮਿਲਦਾ ਆ ਉਹ ਸਭ ਤੋਂ ਵੱਡਾ ਮਾਨ ਸਨਮਾਨ ਹੁੰਦਾ ਹੈ। ਤੇ ਤੁਹਾਨੂੰ ਕਾਫੀ ਲੰਮਾ ਵਕਫਾ ਹੋ ਚੁੱਕਿਆ ਆ ਸਾਹਿਤ ਦੇ ਖੇਤਰ ਦੇ ਵਿੱਚ। ਗੱਲ ਕੀਤੀ ਜਾਵੇ 45 ਵਰੇ ਕੋਈ ਛੋਟੇ ਨਹੀਂ ਹੁੰਦੇ ਹੈਗੇ। ਇਸ ਦੇ ਵਿੱਚ ਕੋਈ ਅਜਿਹੀ ਯਾਦ ਜੋ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਕਈ ਘਟਨਾਵਾਂ ਹਨ ਜੀ, ਲੇਕਿਨ ਮੈਂ ਇੱਕ ਘਟਨਾ ਦਾ ਤੁਹਾਡੇ ਨਾਲ ਜ਼ਿਕਰ ਕਰਨਾ ਫਖਰ ਦੀ ਗੱਲ ਵੀ ਸਮਝਾਂਗਾ ਔਰ ਮੇਰਾ ਖਿਆਲ ਹੈ ਕਿ ਦਰਸ਼ਕ ਉਸ ਤੋਂ ਪ੍ਰੇਰਣਾ ਵੀ ਲੈਣਗੇ ਜੀ। 1993 ਜਨਵਰੀ ਦੀ ਗੱਲ ਹੈ ਜੀ ਜੀ। ਮੈਨੂੰ ਇੱਕ ਸੱਦਾ ਆਉਂਦਾ ਹੈ ਹੈਦਰਾਬਾਦ ਤੋਂ ਇੰਟਰਨੈਸ਼ਨਲ ਮੁਸ਼ਾਇਰੇ ਦਾ ਜੀ। ਸੱਦੇ ਪਹਿਲਾਂ ਵੀ ਆਉਂਦੇ ਸੀ, ਮੈਂ ਕਈ ਸਟੇਟਸ ਦੇ ਵਿੱਚ ਮੁਸ਼ਾਇਰੇ ਪੜ੍ਹੇ ਹਨ। ਬਹਰਹਾਲ ਦਿੱਲੀ ਤੋਂ ਇੱਕ ਗਰੁੱਪ ਸ਼ਾਇਰਾਂ ਦਾ, ਬੜੇ ਮਸ਼ਹੂਰ ਮਾਰੂਫ ਸ਼ਾਇਰਾਂ ਦਾ ਚੱਲਦਾ ਹੈ ਤੇ ਮੈਂ ਉਹਨਾਂ ਦੇ ਨਾਲ ਸ਼ਾਮਿਲ ਹੋ ਜਾਂਦਾ ਹਾਂ। ਰੀਨਾ ਜੀ, ਮੈਂ ਉਸ ਮੁਸ਼ਾਇਰੇ ਤੋਂ ਇੰਨਾ ਜ਼ਿਆਦਾ ਹੌਸਲਾ ਅਫਜ਼ਾਈ ਮਹਿਸੂਸ ਕੀਤੀ ਜੀ। 3 ਦਿਨ ਸਾਡਾ ਉੱਥੇ ਸਟੇ ਸੀ ਜੀ, ਯਾਨੀ ਕਿ VVIP ਸਾਨੂੰ ਉੱਥੇ ਟ੍ਰੀਟਮੈਂਟ ਮਿਲਿਆ। 5 ਸਟਾਰ ਹੋਟਲ ਦੇ ਵਿੱਚ ਸਾਡੀ ਸਟੇ ਸੀ। ਚਲੋ ਇਹ ਤਾਂ ਮਟੀਰੀਅਲਿਸਟਿਕ ਗੱਲਾਂ ਹਨ। ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਹਾਂ ਕਿ ਮੁਸ਼ਾਇਰਿਆਂ ਦਾ ਕਲਚਰ ਜੀ ਬਾਹਰਲੀ ਸਟੇਟਸ ਦੇ ਵਿੱਚ, ਖਾਸ ਤੌਰ ਤੇ ਦੱਖਣ ਵੱਲ, UP ਵੱਲ, ਬਿਹਾਰ ਵੱਲ, ਇਸ ਜਨੂਨ ਦੀ ਹੱਦ ਤੱਕ ਹੈ ਕਿ ਉੱਥੇ ਇੱਕ ਬੜੇ ਵੱਡੇ ਸਟੇਡੀਅਮ ਦੇ ਵਿੱਚ ਮੁਸ਼ਾਇਰਾ ਸੀ। ਰਾਤ ਨੂੰ 11 ਵਜੇ ਮੁਸ਼ਾਇਰਾ ਸ਼ੁਰੂ ਹੁੰਦਾ ਹੈ ਜੀ ਜੀ। ਤੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ 22-23 ਹਜ਼ਾਰ ਦੀ ਗੈਦਰਿੰਗ, ਲੋਕ ਛੱਤਾਂ ਤੇ ਬੈਠੇ ਸੀ ਜੀ। ਉਹੀ ਇੱਕ ਅਸਲੀ ਪਿਆਰ ਹੁੰਦਾ ਹੈ ਜਿੱਦਾਂ ਤੁਸੀਂ ਦੱਸਿਆ। 4 ਵਜੇ ਤੱਕ ਰੀਨਾ ਜੀ, ਸਵੇਰੇ 4 ਵਜੇ ਤੱਕ ਮੁਸ਼ਾਇਰਾ ਚੱਲਿਆ, 11 ਵਜੇ ਤੋਂ ਸ਼ੁਰੂ ਹੋ ਕੇ ਜੀ ਜੀ। ਔਰ ਉਹ ਮੇਰੀ ਜ਼ਿੰਦਗੀ ਦਾ ਇੱਕ ਅਜਿਹਾ ਸ਼ਾਨਦਾਰ ਤਜਰਬਾ ਰਿਹਾ ਹੈ ਕਿ ਉਸ ਤੋਂ ਬਾਅਦ ਮੇਰੇ ਅੰਦਰ ਇੱਕ ਬੜਾ ਕੌਨਫੀਡੈਂਸ ਪੈਦਾ ਹੋਇਆ ਤੇ ਮੈਨੂੰ ਇਵੇਂ ਲੱਗਿਆ ਕਿ ਨਹੀਂ, ਮੇਰਾ ਪੱਧਰ ਅਜਿਹੇ ਮੁਸ਼ਾਇਰਿਆਂ 'ਚ ਜਾਣਦਾ ਹੈ। ਔਰ ਦੂਸਰੀ ਗੱਲ ਬੜੀ ਦਿਲਚਸਪ ਹੈ ਕਿ ਉਸ ਸਾਰੀ ਸਟੇਜ ਤੇ ਜੀ
ਬਹਿਸੀਅਤ ਸਰਦਾਰ ਮੈਂ ਹੀ ਇਕੱਲਾ ਸੀ। ਜੀ, ਸੋ ਬਹੁਤ ਖੂਬ ਅੱਜ ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਸਾਹਿਤ ਨੂੰ ਲੈ ਕੇ ਸਾਂਝ ਪਾਈ ਹੈ, ਕਾਫੀ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ।